ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਅਤੇ ਪਿਆਰੇ ਬੱਚਿਆਂ ਨੂੰ ਬੇਨਤੀ ਹੈ ਜੀ, ਆਪਣਾ ਚੈਨਲ ਸਬਸਕ੍ਰਾਈਬ ਕਰੋ ਜੀ, ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਵੀਡੀਓ ਮਿਲ ਸਕੇ। ਬਹੁਤ ਬਹੁਤ ਧੰਨਵਾਦ ਜੀ। ਇੱਕ ਓਂਕਾਰ, ਇੱਕ ਵੀ ਪਰਮਾਤਮਾ ਇੱਕ ਹੈ। ਸਤਿਗੁਰਾਂ ਨੇ ਇੱਥੇ ਹੀ ਜਿੰਨੇ ਵੀ ਦੁਨੀਆ ਦੇ ਵਿੱਚ 33 ਕਰੋੜ ਦੇਵੀ ਦੇਵਤਾ ਕਿਹਾ ਜਾਂਦਾ ਹੈ, ਜਾਂ ਹੋਰ ਬਾਬੇ ਪੀਰ, ਕਿੰਨੀਆਂ ਲਿਸਟਾਂ ਬਣ ਸਕਦੀਆਂ ਕਿ ਕਿੰਨੇ ਹੋ ਗਏ, ਕੋਈ ਗਿਣਤੀ ਹੋਈ ਨਹੀਂ। ਪਰ ਸਤਿਗੁਰਾਂ ਜੀ ਨੇ ਇੱਕ ਗੱਲ ਕਹਿ ਕੇ ਬਾਕੀ ਸਾਰਿਆਂ ਦਾ ਭੋਗ ਪਾ ਦਿੱਤਾ ਵੀ ਇੱਕੋ ਹੀ ਆ। ਇੱਕ ਪਰਮਾਤਮਾ ਇੱਕ ਹੈ, ਪਰਮਾਤਮਾ ਇੱਕ ਹੈ। ਤੇ ਵਾਰ-ਵਾਰ ਇੱਕ ਓਂਕਾਰ ਆਉਂਦਾ ਹੈ ਕਿ ਸਾਨੂੰ ਦ੍ਰਿੜ ਹੋ ਜਾਵੇ, ਸਾਨੂੰ ਪੱਕ ਜਾਵੇ, ਸਾਡੇ ਅੰਦਰ ਇਹ ਗੱਲ ਘਰ ਕਰ ਜਾਵੇ ਵੀ ਇੱਕੋ ਹੀ ਹੈ। ਬਸ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕੋ ਹੀ ਹੈ ਮਾਲਕ। ਬਸ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਤੇ ਓਂਕਾਰ, ਓਂਕਾਰ ਦੇ ਆਪਾਂ ਊੜੇ ਨੂੰ ਉੱਪਰ ਕਾਰ ਲੱਗੀ ਹੈ ਤੇ ਉਹ ਇਉਂ ਕਰਕੇ ਮੂੰਹ ਖੁੱਲ੍ਹਾ ਛੱਡ ਦਿੱਤਾ। ਇੱਕ ਊੜੇ ਨੂੰ ਐਂ ਕਾਰ ਲਗਾ ਕੇ ਉੱਪਰ ਖੁੱਲ੍ਹਾ, ਭਾਵ ਓਂਕਾਰ ਖੁੱਲ੍ਹਾ ਕਿ ਸਾਰੀ ਸ੍ਰਿਸ਼ਟੀ, ਭਾਵ ਹਰ ਥਾਂ 'ਤੇ ਉਹ ਪਰਿਪੂਰਨ ਹੈ, ਵਿਆਪਕ ਹੈ, ਹਾਜ਼ਰ ਨਾਜ਼ਰ ਹੈ। ਆਪਾਂ ਇਉਂ ਨਹੀਂ ਕਹਿ ਸਕਦੇ ਵੀ ਗੁਰੂ ਪਰਮਾਤਮਾ ਸਿਰਫ ਗੁਰਦੁਆਰਾ, ਮੰਦਰ, ਮਸਜਿਦ ਦੇ ਵਿੱਚ ਹੈ। ਨਹੀਂ, ਉਹ ਪਰਮਾਤਮਾ ਹਰ ਥਾਂ 'ਤੇ ਓਨਾ ਹੀ ਹਾਜ਼ਰ ਨਾਜ਼ਰ ਹੈ, ਹਰ ਥਾਂ 'ਤੇ ਪਰਿਪੂਰਨ, ਪਰਿਪੂਰਨ ਭਾਵ ਪੂਰਾ ਹਰ ਥਾਂ 'ਤੇ ਹਾਜ਼ਰ ਹੈ, ਵਿਆਪਕ ਹੈ। ਪਰ ਅਸੀਂ ਥੋੜ੍ਹਾ ਇਸ ਨੂੰ ਸਮਝ ਲਿਆ ਆਪਣੀ ਮੱਤ ਦੇ ਅਨੁਸਾਰ ਵੀ ਇਹ ਧਾਰਮਿਕ ਸਥਾਨ ਜਿਹੜੇ ਬਣੇ ਆ, ਪਰਮਾਤਮਾ ਉੱਥੇ ਉੱਥੇ ਹੈ। ਤਾਂ ਕਰਕੇ ਮੈਂ ਕਈ ਸਾਡੀਆਂ ਬੱਚੀਆਂ, ਕਈ ਭੈਣਾਂ ਦੇਖੀਆਂ ਨੇ ਵੀ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਅੰਦਰ ਆਉਣਾ ਅਤੇ ਹੱਥਾਂ ਦੇ ਨਾਲ ਚੁੰਨੀ ਸਿਰ 'ਤੇ ਕਰ ਲੈਣੀ। ਚੰਗੀ ਗੱਲ ਹੈ, ਸਤਿਕਾਰ ਹੈ ਗੁਰੂ ਦਾ, ਵਧੀਆ ਗੱਲ ਹੈ, ਚਲੋ ਸੋਝੀ ਇੰਨੀ। ਪਰ ਜਿਉਂ ਹੀ ਇੱਥੋਂ ਜਾਂਦੇ ਆ ਤਾਂ ਉਦੋਂ ਗੇਟੋਂ ਬਾਹਰ ਨਿਕਲਦੇ ਹੀ ਆਪਣੇ ਉਹਨਾਂ ਹੱਥਾਂ ਦੇ ਨਾਲ ਹੀ ਚੁੰਨੀ ਲਾ ਲੈਂਦੇ ਵੀ ਇੱਥੇ ਰੱਬ ਹੈ ਨਹੀਂ, ਇੱਥੇ ਗੁਰੂ ਹੈ ਨਹੀਂ, ਭਾਵੇਂ ਭੁਲੇਖਾ ਹੈ। ਨਹੀਂ, ਸਤਿਗੁਰੂ ਜੀ ਕਹਿੰਦੇ ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ। ਉਸ ਪਰਮਾਤਮਾ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ। ਤੇਰੀ ਟੇਕ, ਉਸ ਪਰਮਾਤਮਾ ਦੀ ਟੇਕ ਵੀ ਉਸ ਵਾਹਿਗੁਰੂ ਨਾਲ ਜੁੜਿਆਂ ਹੀ ਮਿਲਦੀ ਹੈ, ਕਿਉਂਕਿ ਉਸ ਪਰਮਾਤਮਾ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ। ਤੇਰੀ ਟੇਕ ਤੇਰਾ ਆਧਾਰ, ਉਸ ਦਾ ਆਧਾਰ ਆਸਰਾ ਉਸ ਪਰਮਾਤਮਾ ਨਾਲ ਜੁੜਿਆਂ ਪਤਾ ਲੱਗਦਾ ਹੈ ਵੀ ਉਹ ਵਾਹਿਗੁਰੂ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ। ਕੋਈ ਥਾਂ ਐਸਾ ਨਹੀਂ ਜਿੱਥੇ ਵਾਹਿਗੁਰੂ ਜੀ ਪਰਮਾਤਮਾ ਜੀ ਨਾ ਹੋਣ, ਅਤੇ ਫਿਰ ਹਰ ਥਾਂ 'ਤੇ ਅਸੀਂ ਉਸ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰੀਏ। ਇੱਕ ਓਂਕਾਰ, ਪਰਮਾਤਮਾ ਇੱਕ ਹੈ ਪਰ ਉਹ ਹਰ ਥਾਂ 'ਤੇ ਹਾਜ਼ਰ ਨਾਜ਼ਰ ਹੈ। ਇਹ ਨਹੀਂ ਵੀ ਇੱਕ ਹੈ ਤਾਂ ਇੱਕ ਥਾਂ 'ਤੇ ਬੈਠਾ ਹੈ ਜਾਂ ਇੱਕ ਨੂੰ ਦੇਖ ਰਿਹਾ, ਨਹੀਂ, ਉਹ ਹਰ ਥਾਂ 'ਤੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਹੈ, ਹਰ ਥਾਂ 'ਤੇ ਹਰ ਇੱਕ ਨੂੰ ਵਾਚ ਰਿਹਾ ਹੈ। ਸਤਿਨਾਮ, ਸਤ ਸਦੀਵੀ ਹੋਂਦ ਵਾਲਾ, ਸਦਾ ਅਟਲ, ਸੱਚਾ। ਸਤ ਸੱਚਾ ਨਾਮ, ਉਹਦਾ ਨਾਮ ਸੱਚਾ ਹੈ। ਸੱਚਾ ਨਾਮ ਆਪਣੇ ਵੀ ਹੈ ਨਾ ਸਾਰਿਆਂ ਦੇ, ਕਿਸੇ ਦਾ ਨਾਮ ਹੈ ਗੁਰਪ੍ਰੀਤ, ਹਰਪ੍ਰੀਤ, ਜਸਪ੍ਰੀਤ, ਇੱਦਾਂ ਨਾਮ ਹੈਗੇ ਆਪਣੇ, ਹੈ ਨਾ। ਪਰ ਨਾਮ ਆਪਣੇ ਨਾਮ ਹੋਣਗੇ ਸੱਚੇ ਹੀ ਹੈ। ਸਾਰਿਆਂ ਦੇ ਆਈ ਕਾਰਡ ਬਣੇ ਆ, ਆਈ ਕਾਰਡ ਬਣੇ ਆ, ਵੋਟਰ ਕਾਰਡ ਬਣੇ ਆ, ਸੱਚੇ ਨਾਮ ਨਹੀਂ। ਇਹ ਸੱਚੇ ਨਹੀਂ, ਝੂਠੇ ਹੈ। ਫਿਰ ਕਹਾਂਗੇ ਕਿਵੇਂ ਝੂਠੇ ਹੈ? ਇਹ ਤਾਂ ਝੂਠੇ ਹੈ ਕਿਉਂਕਿ ਇਹ ਕੁਝ ਸਮੇਂ ਦੇ ਲਈ ਆ, ਕੁਝ ਸਮੇਂ ਦੇ ਲਈ ਆ। ਆਪਾਂ ਪਿੱਛੇ ਝਾਤੀ ਮਾਰ ਕੇ ਦੇਖ ਲਈਏ, ਆਪਣੇ ਦਾਦੇ ਪੜਦਾਦੇ, ਉਹਨਾਂ ਦਾ ਨਾਮ ਵੀ ਹੁੰਦਾ ਸੀ, ਪਰ ਅੱਜ ਕਿੱਥੇ ਆ? ਹੈ ਨਹੀਂ।
ਅੱਗੇ ਆਉਣ ਵਾਲੇ ਸਮਿਆਂ ਦੇ ਵਿੱਚ ਆਪਣਾ ਨਾਮ ਨਹੀਂ ਪਤਾ ਹੀ ਨਹੀਂ ਕੌਣ ਸੀ ਕੌਣ ਨਹੀਂ। ਭਾਵ ਇਹ ਝੂਠੀ ਹੈ, ਕੁਝ ਕੁ ਸਮੇਂ ਦੇ ਲਈ ਹੈ। ਸੱਚਾ ਨਾਮ ਇੱਕੋ ਹੀ ਹੈ ਪਰਮਾਤਮਾ ਦਾ ਕਿ ਉਹ ਸਦਾ ਅਟਲ ਹੈ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਹ ਇੰਨਾ ਸੱਚਾ ਹੈ। ਸਤਿਨਾਮ ਜਦੋਂ ਇੱਕ ਓਂਕਾਰ ਪੜਾਂਗੇ ਉਦੋਂ ਵੀ ਉਹ ਵਾਹਿਗੁਰੂ ਜੀ ਚੇਤੇ ਆਉਣਗੇ ਵੀ ਹਰ ਥਾਂ 'ਤੇ ਹਾਜ਼ਰ ਹੈ। ਸਤਿਨਾਮ ਪੜ੍ਹੀਏ ਤਾਂ ਵੀ ਉਸ ਦੀ ਹੋਂਦ ਨੂੰ ਮਹਿਸੂਸ ਕਰਦੇ ਹਾਂ। ਇਹ ਵੀ ਮਹਿਸੂਸ ਕਰੀਏ ਵਾਹਿਗੁਰੂ ਜੀ ਤੁਸੀਂ ਸਦਾ ਅਟਲ ਹੋ, ਸਦੀ ਵੀ ਹੋਂਦ ਵਾਲੇ ਹੋ। ਕਰਤਾ ਪੁਰਖ, ਕਰਤਾ ਪੁਰਖ ਸਭ ਕੁਝ ਜੋ ਵੀ ਕਿਰਿਆ ਦਾ ਕਰਤਾ, ਕਿਰਿਆ ਦਾ ਕਰਤਾ ਭਾਵ ਜੋ ਵੀ ਕੁਝ ਦਿਖਦਾ ਹੈ ਉਸ ਨੂੰ ਬਣਾਉਣ ਵਾਲਾ ਉਹ ਪਰਮਾਤਮਾ ਆਪ ਹੀ ਹੈ। ਪੁਰਖ ਉਹ ਉਸ ਵਿੱਚ ਵਿਆਪਕ ਹੈ। ਇਹ ਨਹੀਂ ਵੀ ਜੋ ਉਸਨੇ ਬਣਾਇਆ ਇਹ ਬਣਾ ਕੇ ਪਾਸੇ ਹੋ ਗਿਆ, ਨਹੀਂ। ਆਪਾਂ ਜਿਹੜੀ ਆਪਣੀ ਮਨੁੱਖ ਦੀ ਕਿਰਤ ਹੈ ਨਾ ਉਹ ਮਨੁੱਖ ਕਿਤੇ ਹੈ, ਕਿਰਤ ਕਿਤੇ ਹੈ, ਪਰ ਜੋ ਉਸ ਵਾਹਿਗੁਰੂ ਨੇ ਬਣਾਇਆ ਹੋਇਆ ਉਹ ਵਾਹਿਗੁਰੂ ਜੀ ਪਰਮਾਤਮਾ ਜੀ ਬਣਾ ਕੇ ਆਪ ਵੀ ਵਿੱਚੇ ਹੀ ਸਮਾਈ ਹੋਈ ਹੈ। ਜਿਹੜਾ ਵੀ ਕੁਛ ਉਸਨੇ ਬਣਾਇਆ ਉਸ ਦੇ ਵਿੱਚ ਆਪ ਸਮਾਇਆ ਹੋਇਆ ਹੈ। ਕਰਤਾ ਪੁਰਖ ਨਿਰਭਉ, ਉਸ ਨੂੰ ਕਿਸੇ ਦਾ ਕੋਈ ਡਰ ਨਹੀਂ, ਕਿਸੇ ਦਾ ਕੋਈ ਡਰ ਨਹੀਂ। ਸਾਰਾ ਹੀ ਸੰਸਾਰ, ਸਾਰੀ ਸ੍ਰਿਸ਼ਟੀ ਉਸ ਦੇ ਡਰ ਵਿੱਚ ਹੈ, ਉਸ ਦੇ ਡਰ ਵਿੱਚ ਹੈ, ਪਰ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਫਿਰ ਇਸ ਨਿਰਭਉ ਦੇ ਨਾਲ ਜਪਿਆ ਸਤਿਗੁਰੂ ਜੀ ਕਹਿੰਦੇ ਜਿਹੜਾ ਇਸ ਨਿਰਭਉ ਦੇ ਨਾਲ ਜੁੜ ਜਾਂਦਾ ਨਾ ਉਹ ਵੀ ਨਿਰਭਉ ਹੀ ਹੋ ਜਾਂਦਾ, ਉਹਨੂੰ ਵੀ ਡਰ ਨਹੀਂ ਰਹਿੰਦਾ, ਉਹਨੂੰ ਵੀ ਡਰ ਨਹੀਂ ਰਹਿੰਦਾ। ਨਿਰਭਉ ਜਪੈ ਸਗਲ ਭਉ ਮਿਟੈ, ਸਗਲ ਭਉ ਸਾਰੇ ਡਰ ਉਹਦੇ ਵੀ ਦੂਰ ਹੋ ਜਾਂਦੇ ਹੈ ਜਿਹੜਾ ਉਸ ਨਿਰਭਉ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਨਿਰਵੈਰ, ਵੈਰ ਕਿਹਦੇ ਨਾਲ ਹੁੰਦਾ? ਜਿਹੜਾ ਕੋਈ ਦੂਜਾ ਹੁੰਦਾ। ਵੈਰ ਕਿਹਦੇ ਨਾਲ ਹੁੰਦਾ? ਕੋਈ ਸ਼ਰੀਕ ਹੁੰਦਾ ਤਾਂ ਉਹਦੇ ਨਾਲ ਵੈਰ ਹੁੰਦਾ। ਕੋਈ ਦੂਜਾ ਸਮਝ ਲਈਏ ਤਾਂ ਉਹਦੇ ਨਾਲ ਵੈਰ ਹੁੰਦਾ। ਪਰ ਪਰਮਾਤਮਾ ਵੈਰ ਤੋਂ ਰਹਿਤ ਕਿਉਂ ਹੈ? ਵਾਹਿਗੁਰੂ ਜੀ ਵੈਰ ਤੋਂ ਰਹਿਤ ਕਿਉਂ ਹੈ? ਕਿਉਂਕਿ ਉਹ ਆਪ ਹੀ ਹੈ, ਆਪ ਹੀ ਹੈ ਤੇ ਸਾਰਾ ਉਸੇ ਦਾ ਹੀ ਪਸਾਰਾ ਹੈ। ਇਸ ਕਰਕੇ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਇਹ ਸਾਡੀ ਨਾ ਅਗਿਆਨਤਾ ਹੈ। ਸੁਣਦੇ ਆ ਨਾ ਆਪਾਂ ਕਈ ਵਾਰੀ ਜਦੋਂ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਸਮਾਜ ਦੇ ਵਿੱਚ, ਹੁੰਦੀਆਂ ਹੀ ਆ, ਚਲੋ ਆਪਣਾ ਕਰਮੀ ਆ ਹੈ ਨਾ, ਅਤੇ ਆਪਾਂ ਸੁਣਦੇ ਹੁੰਦੇ ਹਾਂ ਕਿ ਰੱਬ ਨੇ ਸਾਡੇ ਨਾਲ ਵੈਰ ਕਮਾ ਲਿਆ। ਸੁਣਦੇ ਆ ਨਾ ਮੂੰਹ ਤੋਂ ਆਪਾਂ ਕਈਆਂ ਦੇ ਕਿ ਉਹ ਰੱਬ ਤਾਂ ਵੈਰੀ ਬਣ ਗਿਆ, ਰੱਬ ਵੈਰੀ ਬਣ ਕੇ ਆ ਗਿਆ, ਇੱਦਾਂ ਦੇ ਲਫ਼ਜ਼ ਆਪਾਂ ਸੁਣਦੇ ਹਾਂ। ਪਰ ਉਹ ਰੱਬ ਦੀ ਨਿੰਦਾ ਹੈ, ਉਹ ਵਾਹਿਗੁਰੂ ਜੀ ਦੀ ਨਿੰਦਾ ਹੈ। ਅਸੀਂ ਅਗਿਆਨੀ ਹੋ ਕੇ, ਅਗਿਆਨਤਾ ਵਸ ਹੋ ਕੇ ਕਰਦੇ ਹਾਂ। ਸਾਨੂੰ ਨਹੀਂ ਕਰਨੀ ਚਾਹੀਦੀ। ਉਹ ਤਾਂ ਆ ਵੈਰੀ ਹੈ ਹੀ ਨਹੀਂ ਕਿਸੇ ਦਾ, ਉਹ ਤਾਂ ਨਿਰਵੈਰ ਹੈ, ਵੈਰ ਤੋਂ ਰਹਿਤ ਹੈ, ਕਿਸੇ ਦਾ ਵੈਰੀ ਨਹੀਂ ਉਹ। ਉਦੋਂ ਅਸੀਂ ਭੁੱਲ ਜਾਂਦੇ ਹਾਂ ਵੀ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਿਸੇ ਦਾ ਕੋਈ ਦੋਸ਼ ਨਹੀਂ ਭਾਈ, ਆਪਣੇ ਹੀ ਕਰਮ ਹੈ, ਆਪਣੇ ਹੀ ਕਰਮ ਹੈ। ਤੇ ਉਹ ਵਾਹਿਗੁਰੂ ਕਿਸੇ ਦਾ ਵੈਰੀ ਨਹੀਂ, ਉਹ ਤੇ ਵੈਰ ਤੋਂ ਰਹਿਤ ਹੈ, ਕਿਉਂਕਿ ਉਹਦਾ ਕੋਈ ਸ਼ਰੀਕ ਹੀ ਹੈ ਨਹੀਂ, ਉਹ ਤੇ ਆਪ ਹੀ ਪਸਰਿਆ ਹੋਇਆ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜੋੜਾਣਾ, ਸਹਿਸਤਾ ਬਨੈਨ ਨਨ ਨੈਨ ਹੈ ਤੋਇ ਕੋ ਸਹਿਸ ਮੂਰਤ ਨਨਾ ਏਕ ਤੋਈ। ਭਾਵ ਉਹ ਸਾਰੇ ਸਰੀਰ, ਸਾਰੀਆਂ ਅੱਖਾਂ, ਸਾਰੇ ਪੈਰ, ਸਾਰਾ ਕੁਝ ਉਹ ਪਰਮਾਤਮਾ ਆਪ ਹੀ ਹੈ। ਸਥੂਲ ਨਹੀਂ ਪਰ ਸਾਰਿਆਂ ਦੇ ਵਿੱਚ ਆਪ ਹੀ ਮੌਜੂਦ ਹੋਣ ਕਰਕੇ ਉਹ ਆਪ ਹੀ ਪਸਰਿਆ ਹੋਇਆ ਹੈ। ਨਿਰਵੈਰ ਅਕਾਲ ਮੂਰਤ, ਅਕਾਲ ਮੂਰਤ, ਮੂਰਤ ਦਾ ਭਾਵ ਇੱਥੇ ਫੋਟੋ ਨਹੀਂ। ਅਕਾਲ, ਇੱਕ ਕਾਲ ਹੁੰਦਾ ਸਮਾਂ, ਇਹ ਹੈ ਅਕਾਲ, ਸਮੇਂ ਤੋਂ ਪਾਰ ਹਸਤੀ।
ਅਕਾਲ ਭਾਵ ਸਮੇਂ ਦਾ ਉਸ 'ਤੇ ਕੋਈ ਅਸਰ ਨਹੀਂ। ਸਮਾਂ ਉਹਦੇ ਵੱਸ ਵਿੱਚ ਹੈ, ਨਾ ਕਿ ਉਹ ਸਮੇਂ। ਜਿਵੇਂ ਆਪਣੇ 'ਤੇ ਸਮੇਂ ਦਾ ਅਸਰ ਹੁੰਦਾ ਹੈ, ਬਚਪਨ ਦੇ ਵਿੱਚ ਹੋਰ ਸ਼ਕਲ ਹੁੰਦੀ ਹੈ, ਜਿਵੇਂ ਜਿਵੇਂ ਹੋਰ ਸਮਾਂ ਬੀਤਦਾ ਜਾਂਦਾ ਹੈ ਸਾਡੀ ਸ਼ਕਲ 'ਤੇ ਅਸਰ ਪੈਂਦਾ ਜਾਂਦਾ ਹੈ, ਹੋਰ ਹੋਰ ਬਣਦੇ ਜਾਂਦੇ ਆ। ਅਤੇ ਸਮੇਂ ਦੇ ਅਧੀਨ ਇੱਕ ਦਿਨ ਸਾਡਾ ਸਮਾਂ ਖਤਮ ਹੋ ਜਾਂਦਾ ਹੈ, ਕਾਲ ਆ ਜਾਂਦਾ ਹੈ। ਕਾਲ ਆ ਜਾਂਦਾ ਭਾਵ ਉਹ ਸਮਾਂ ਆ ਜਾਂਦਾ ਹੈ ਖਤਮ ਹੋਣ ਦਾ। ਤਾਂ ਪਰਮਾਤਮਾ ਅਕਾਲ, ਅਕਾਲ ਉਹ ਸਮੇਂ ਤੋਂ ਪਾਰ ਹਸਤੀ ਹੈ, ਫੋਟੋ ਨਹੀਂ। ਸਮੇਂ ਤੋਂ ਪਾਰ ਹਸਤੀ ਹੋਂਦ, ਜਿਹਨੂੰ ਆਪਾਂ ਕਹਿੰਦੇ ਵੀ ਉਹ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਹੈ। ਇਸ ਨੂੰ ਮਹਿਸੂਸ ਕਰਨਾ ਹੈ ਵੀ ਵਾਹਿਗੁਰੂ ਜੀ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ। ਵਾਹਿਗੁਰੂ ਜੀ ਮੇਰੇ ਅੰਗ ਸੰਗ ਹੈ, ਮਹਿਸੂਸ ਕਰਨਾ ਉਹ ਹਸਤੀ। ਅਕਾਲ ਮੂਰਤ ਭਾਵ ਉਹਦੇ 'ਤੇ ਸਮੇਂ ਦਾ ਕੋਈ ਅਸਰ ਨਹੀਂ। ਅਜੂਨੀ, ਉਹ ਜੂਨਾਂ ਵਿੱਚ ਵੀ ਨਹੀਂ ਆਉਂਦਾ। ਜਿਵੇਂ 84 ਲੱਖ ਜੂਨਾਂ ਭਾਵ ਬੇਅੰਤ ਜੂਨਾਂ ਕਿਹਾ ਜਾਂਦਾ ਹੈ, ਪਰ ਉਹ ਵਾਹਿਗੁਰੂ ਜੀ ਜੂਨਾਂ ਤੋਂ ਰਹਿਤ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਸੈ ਭੰ, ਫਿਰ ਕਿਵੇਂ ਜੂਨਾਂ ਵਿੱਚ ਨਹੀਂ ਆਉਂਦਾ ਤੇ ਕਿਵੇਂ ਆਉਂਦਾ ਹੈ? ਸੈ ਭੰ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਸ ਨੂੰ ਕਿਸੇ ਨੇ ਬਣਾਇਆ ਨਹੀਂ, ਉਸ ਨੂੰ ਕਿਸੇ ਨੇ ਉਸ ਦੀ, ਜਿਵੇਂ ਕਹਿੰਦੇ ਆ ਨਾ ਵੀ ਵੋਟਾਂ ਪਾ ਕੇ ਬਣਾਉਣਾ, ਨਹੀਂ, ਉਸ ਨੂੰ ਕਿਸੇ ਨੇ ਵੋਟਾਂ ਪਾ ਕੇ ਨਹੀਂ ਬਣਾਇਆ, ਅਤੇ ਨਾ ਹੀ ਉਸ ਦੀ ਸਥਾਪਨਾ ਕਿਤੇ ਥਾਪਿਆ ਜਾਂਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਥਾਪਿਆ ਨਾ ਜਾਏ ਭਾਵ ਉਸ ਦੀ ਕੋਈ ਮੂਰਤੀ ਬਣਾ ਕੇ ਫਿੱਟ ਨਹੀਂ ਕੀਤੀ ਜਾ ਸਕਦੀ ਵੀ ਆਹ ਪਰਮਾਤਮਾ ਹੈ, ਵੀ ਆਹ ਪਰਮਾਤਮਾ ਹੈ। ਨਹੀਂ, ਆਪਾਂ ਭਗਵਾਨ ਦੀ ਮੂਰਤੀ ਨਹੀਂ ਬਣ ਸਕਦੀ ਨਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਤੇ ਨਾ ਹੀ ਉਸ ਨੂੰ ਬਣਾਇਆ ਜਾ ਸਕਦਾ, ਕਿਉਂਕਿ ਫਿਰ ਜੇ ਬਣਾ ਸਕਦੇ ਆ ਤੇ ਫਿਰ ਬਣਾਉਣ ਵਾਲਾ ਵੱਡਾ ਹੁੰਦਾ ਹੈ, ਤੇ ਜਿਹੜੀ ਚੀਜ਼ ਬਣਾਈ ਹੁੰਦੀ ਉਹ ਛੋਟੀ ਹੁੰਦੀ ਹੈ। ਫਿਰ ਤਾਂ ਬਣਾਉਣ ਵਾਲਾ ਮਨੁੱਖ ਵੱਡਾ ਹੋ ਗਿਆ ਤੇ ਭਗਵਾਨ ਛੋਟਾ ਹੋ ਗਿਆ। ਇਹ ਤੇ ਫਿਰ ਉਲਟ ਹੋ ਗਿਆ। ਨਹੀਂ, ਸਭ ਤੋਂ ਵੱਡਾ ਪਰਮਾਤਮਾ ਹੀ ਹੈ ਨਾ, ਤੇ ਪਰਮਾਤਮਾ ਨੂੰ ਕੋਈ ਵੀ ਬਣਾ ਨਹੀਂ ਸਕਦਾ, ਭਗਵਾਨ ਨੂੰ ਕੋਈ ਬਣਾ ਨਹੀਂ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ ਭਾਵ ਆਪਣੇ ਆਪ ਤੋਂ ਹੈ। ਸੁਤੇ ਪ੍ਰਕਾਸ਼ ਹੈ, ਸਵੈ ਆਪਣੇ ਆਪ ਤੋਂ ਹੈ, ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ, ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਗੁਰੂ ਦੀ ਕਿਰਪਾ ਕਿੱਥੇ ਵਰਤਦੀ ਹੈ? ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰੂ ਦੀ ਕਿਰਪਾ ਸੰਗਤ ਵਿੱਚ ਗੁਰੂ ਵਰਤਦਾ, ਤੇ ਸੰਗਤ ਦੀ ਸੇਵਾ, ਗੁਰੂ ਦੀ ਸੇਵਾ, ਸੰਗਤ ਵਿੱਚੋਂ ਖੁਸ਼ੀ ਮਿਲਦੀ ਹੈ। ਸੰਗਤ ਦੀ ਸੇਵਾ ਕਰਿਆ ਗੁਰੂ ਖੁਸ਼ ਹੁੰਦਾ ਹੈ, ਗੁਰੂ ਖੁਸ਼ ਹੁੰਦਾ ਹੈ। ਇਹ ਗੁਰਪ੍ਰਸਾਦ ਤੇ ਟੋਡੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਇਹ, ਜੋ ਆਪਾਂ ਸਰਵਣ ਕੀਤਾ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ, ਜਿਹਨਾਂ ਦੇ ਥੋੜ੍ਹੀ ਜਿਹੀ ਵਿਚਾਰ ਆਪਾਂ ਕਿ ਬਚਪਨ ਦੇ ਵਿੱਚ ਹੀ ਮਾਤਾ ਪਿਤਾ ਚੜ੍ਹਾਈ ਕਰ ਗਏ, ਬਚਪਨ ਦੇ ਵਿੱਚ ਹੀ ਮਾਤਾ ਪਿਤਾ ਚੜ੍ਹਾਈ ਕਰ ਗਏ। ਇੱਕ ਭੈਣ ਤੇ ਇੱਕ ਭਰਾ ਹੋਰ ਹੈ। ਹੁਣ ਵੱਡੇ ਹੋਣ ਕਰਕੇ ਜ਼ਿੰਮੇਵਾਰੀ ਇਹਨਾਂ ਦੀ ਸਿਰ ਪੈ ਗਈ। ਭਾਵੇਂ ਉਮਰ 7 ਸਾਲ ਹੈ, ਪਰ ਵੱਡੇ ਹੈ ਭੈਣ ਭਰਾਵਾਂ ਦੇ ਨਾਲੋਂ। ਜੇਠਾ ਕਹਿ ਕੇ ਪੁਕਾਰਿਆ ਜਾਂਦਾ, ਜੇਠਾ ਕਹਿ ਕੇ ਬੁਲਾਇਆ ਜਾਂਦਾ। ਜੇਠਾ ਕਿਹਨੂੰ ਕਿਹਾ ਜਾਂਦਾ? ਵੱਡਾ ਧੀ ਪੁੱਤ ਜਿਹੜਾ ਹੁੰਦਾ ਸੀ ਉਸ ਨੂੰ ਜੇਠਾ ਕਿਹਾ ਜਾਂਦਾ ਸੀ, ਤੇ ਜੇਠਾ ਜੇਠਾ ਕਹਿ ਕੇ ਬੁਲਾਇਆ ਜਾਂਦਾ। ਤੇ ਹੁਣ ਚਾਚੇ ਤਾਏ, ਚਾਚੀਆਂ ਤਾਈਆਂ ਸਭ ਦੇਖਦੇ ਆ ਵੀ ਹੁਣ ਇਹਨਾਂ ਨੂੰ ਕੌਣ ਸਾਂਭੇ, ਕੌਣ ਸਾਂਭੇ। ਸਾਰੇ ਨਾ ਜਵਾਬ ਦੇਈ ਜਾਂਦੇ ਆ, ਸਾਂਭਣ ਤੋਂ ਜਵਾਬ ਦੇਈ ਜਾਂਦੇ ਆ। ਬਿਰਧ ਨਾਨੀ ਆਈ ਹੈ, ਨਾਨੀ ਮਾਂ ਆਈ ਹੈ, ਤੇ ਨਾਨੀ ਮਾਂ ਨੇ ਦੇਖਿਆ ਵੀ ਮੇਰੇ ਦੋਤੇ ਦੋਤੀਆਂ ਨੇ, ਤੇ
ਭਾਵੇਂ ਮੇਰੇ ਕੋਲ ਵੀ ਗੁਜ਼ਾਰੇ ਲਈ ਕੁਝ ਨਹੀਂ, ਪਰ ਮੈਂ ਇਹਨਾਂ ਨੂੰ ਸਾਂਭਾਂਗੀ। ਜੇ ਹੋਰ ਕੋਈ ਚਾਚੇ ਤਾਏ ਚਾਚੀਆਂ ਤਾਈਆਂ ਨਹੀਂ ਸਾਂਭਦੀਆਂ ਤੇ ਮੈਂ ਇਹਨਾਂ ਨੂੰ ਲੈ ਕੇ ਜਾਵਾਂਗੀ। ਨਾਨੀ ਬਾਸਰ ਕੇ ਪਿੰਡ ਨਾਨਕੇ ਪਿੰਡ ਦੇ ਵਿੱਚ ਨਾਨੀ ਦੇ ਕੋਲੇ ਚਲੇ ਗਏ ਆ, ਤੇ ਹੁਣ ਨਾਨੀ ਕੋਲੇ ਵੀ ਇੰਨਾ ਕੁਝ ਨਹੀਂ ਗੁਜ਼ਾਰੇ ਵਾਸਤੇ। ਹੁਣ ਛੋਟੀ ਜੀ ਉਮਰ ਹੈ ਤੇ ਕਿਰਤ ਕਰਦੇ ਆ। ਕਿਹੜੀ ਕਿਰਤ ਕਰਦੇ ਆ? ਘੁੰਗਣੀਆਂ ਵੇਚਣ ਦੀ। ਘੁੰਗਣੀਆਂ ਵੇਚਣ ਦੀ ਨਾਨੀ ਘੁੰਗਣੀਆਂ ਬਣਾ ਦਿੰਦੀ ਹੈ ਤੇ ਭਾਈ ਜੇਠਾ ਜੀ ਗਲੀਆਂ ਦੇ ਵਿੱਚ ਘੁੰਗਣੀਆਂ ਵੇਚਦੇ ਆ, ਕਿਰਤ ਕਰਦੇ ਆ। ਤੇ ਉੱਥੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਾਲ ਮੇਲ ਹੋ ਜਾਂਦਾ। ਗੁਰੂ ਅਮਰਦਾਸ ਜੀ ਨਾਲ ਮੇਲ ਹੁੰਦਾ ਹੈ, ਸੰਗਤ ਦਾ ਰੰਗ ਚੜ੍ਹਦਾ ਹੈ, ਗੁਰੂ ਦਾ ਮਿਲਾਪ ਭਾਈ ਜੇਠੇ ਦੇ ਅੰਦਰ ਉਹ ਗੁਣ ਪੈਦਾ ਕਰ ਦਿੰਦਾ ਜਿਹੜੇ ਗੁਣਾਂ ਨੂੰ ਸਾਰੇ ਤਰਸਦੇ ਆ। ਦਇਆ, ਖਿਮਾ, ਸਬਰ, ਸੰਤੋਖ, ਸਮਦ੍ਰਿਸ਼ਟੀ, ਨਿਡਰਤਾ, ਇਹ ਵਾਲੇ ਗੁਣ ਪੈਦਾ ਹੋ ਜਾਂਦੇ ਆ। ਤੇ ਇੱਕ ਦਿਨ ਗੁਰੂ ਰਾਮਦਾਸ ਜੀ, ਆਪਾਂ ਸ਼ਾਰਟ ਦੇ ਵਿੱਚ ਕੋਈ ਇਹਨਾਂ ਦੀ ਪ੍ਰੀਖਿਆ ਜਾਂ ਜਿਹੜੀ ਲਈ ਹੈ ਜਾਂ ਹੋਰ ਵਿਆਹ ਸ਼ਾਦੀ ਉਹ ਕੁਛ ਨਹੀਂ, ਸਿਰਫ ਆਪਾਂ ਇੰਨਾ ਕੁ ਜੀਵਨ ਸਮਝਿਆ ਕਿ ਕਿਵੇਂ ਜਿਹਦੇ ਨਾਲ ਆਪਣੇ ਬੱਚਿਆਂ ਨੂੰ ਖੇਡਣ ਤੋਂ ਮਾਵਾਂ ਰੋਕਦੀਆਂ ਸੀ ਕਿ ਇਹ ਤੇ ਮਾੜੇ ਕਰਮਾਂ ਵਾਲਾ ਮਾਂ ਬਾਪ ਨਹੀਂ ਰਿਹਾ, ਇਹਦੇ ਨਾਲ ਨਹੀਂ ਖੇਡਣਾ। ਤੇ ਅੱਜ ਉਸ ਗੁਰੂ ਰਾਮਦਾਸ ਜੀ ਦੇ ਦਰ 'ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ 2-2.5 ਘੰਟੇ ਲਾਈਨ 'ਚ ਲੱਗ ਕੇ ਨਮਸਕਾਰ ਕਰਨੀ ਪੈਂਦੀ ਹੈ। ਉਹ ਗੁਰੂ ਰਾਮਦਾਸ ਜੀ ਬਣੇ, ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਬਣੇ। ਸੋ ਉਹਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਕਹਿੰਦੇ, ਹਰ ਬਿਨ ਰਹਿ ਨਾ ਸਕੈ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮਿਲੇ, ਬਹੁਰ ਨਾ ਭਗ ਜਲ ਫੇਰਾ। ਰਹਾਉ। ਸਤਿਗੁਰੂ ਜੀ ਕਹਿੰਦੇ ਮੇਰਾ ਮਨ ਹੁਣ ਉਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਰਹਿ ਨਹੀਂ ਸਕਦਾ, ਰਹਿ ਨਹੀਂ ਸਕਦਾ। ਗੁਰੂ ਜਿਸ ਮਨੁੱਖ ਨੂੰ ਵੀ ਇਹ ਜਿੰਦ ਦਾ ਪਿਆਰਾ ਪਰਮਾਤਮਾ ਮਿਲਾ ਦਿੰਦਾ ਹੈ, ਉਸ ਨੂੰ ਇਸ ਸੰਸਾਰ ਸਮੁੰਦਰ ਦੇ ਵਿੱਚ ਮੁੜ ਕੇ ਨਹੀਂ ਆਉਣਾ ਪੈਂਦਾ। ਹੁਣ ਪਤਾ ਲੱਗ ਗਿਆ ਜੀ ਮਿਲਦਾ ਕਿਵੇਂ ਹੈ ਪਰਮਾਤਮਾ। ਪਰਮਾਤਮਾ ਨੂੰ ਮਿਲਾਉਣ ਵਾਲਾ ਸਿਰਫ ਤੇ ਸਿਰਫ ਗੁਰੂ ਹੈ। ਕਿੱਥੇ ਹੈ ਗੁਰੂ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਕਿੱਥੇ ਹੈ ਜੀ? ਗੁਰਬਾਣੀ ਦੇ ਵਿੱਚ। ਆਹ 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ, ਜੁਗੋ ਜੁਗ ਅਟਲ ਗੁਰੂ ਹੈ। ਹੋਰ ਗੁਰੂ ਧਾਰਨ ਦੀ ਲੋੜ ਨਹੀਂ ਵੀ ਪੇਕੇ ਕੋਈ ਹੋਰ ਗੁਰੂ ਸੀ, ਸਹੁਰੇ ਆ ਕੇ ਕੋਈ ਹੋਰ ਗੁਰੂ ਤੇ ਫਿਰ ਉਹ ਮਰ ਗਿਆ ਤੇ ਹੋਰ ਗੁਰੂ ਭਾਲਦੇ ਫਿਰੀਏ, ਫਿਰ ਉਹ ਚੜ੍ਹਾਈ ਕਰ ਗਿਆ ਹੋਰ ਗੁਰੂ ਲੱਭੀਏ। ਨਹੀਂ, ਜੁਗੋ ਜੁਗੋ ਅਟਲ। ਐਡੀ ਬਖਸ਼ਿਸ਼, ਇੰਨੀ ਵੱਡੀ ਬਖਸ਼ਿਸ਼ ਆਪਣੇ ਤੇ ਵੀ ਜੁਗੋ ਜੁਗੋ ਅਟਲ ਗੁਰੂ ਹੈ, ਬਦਲਣ ਦੀ ਲੋੜ ਨਹੀਂ। ਜੁਗੋ ਜੁਗੋ ਅਟਲ। ਤੇ ਇਸ ਜੁਗੋ ਜੁਗ ਅਟਲ ਗੁਰੂ ਨੇ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਾ ਦੇਣਾ ਹੈ, ਜਿਸ ਨਾਲ ਮਿਲਾਪ ਕੀਤਿਆਂ ਆ ਜਨਮ ਮਰਨ ਦਾ ਗੇੜ ਖਤਮ ਹੋ ਜਾਣਾ ਹੈ। ਜਨਮ ਮਰਨ ਇਹ ਵੱਡਾ ਦੁੱਖ ਹੈ, ਜੰਮਣਾ ਮਰਨਾ ਵੀ, ਜੰਮਣਾ ਮਰਨਾ ਵੀ ਦੁੱਖ ਹੈ। ਇਸ ਦੁੱਖ ਤੋਂ ਭਾਵ ਜੰਮਣ ਮਰਨ ਦਾ ਦੁੱਖ ਹੈ, ਖਤਮ ਹੋ ਜਾਣਾ ਹੈ। ਕਦੋਂ? ਜਦੋਂ ਇਸ ਗੁਰੂ ਨਾਲ ਮਿਲ ਕੇ ਉਸ ਪਰਮਾਤਮਾ ਨਾਲ ਮਿਲਾਪ ਹੋ ਗਿਆ। ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ, ਹਰ ਨੈਣੋ ਹਰ ਪ੍ਰਭ ਹੀਰਾ। ਮੇਰੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕਰਨ ਦੀ ਤਾਂਘ ਲੱਗੀ ਹੋਈ ਹੈ, ਤਾਂਘ ਲੱਗੀ ਹੋਈ ਸੀ। ਚੌਥੇ ਪਾਤਸ਼ਾਹ ਜੀ ਕਹਿ ਰਹੇ ਹੈ
ਕਹਿੰਦੇ ਮੇਰੀ ਹਿਰਦੇ ਵਿੱਚ ਤਾਂਘ ਲੱਗੀ ਸੀ, ਮੈਂ ਕਦੋਂ ਦਰਸ਼ਨ ਕਰਾਂ, ਕਦੋਂ ਦਰਸ਼ਨ ਕਰਾਂ। ਇਹ ਤਾਂਘ ਕਿੱਥੋਂ ਪੈਦਾ ਹੋਵੇਗੀ? ਗੁਰਬਾਣੀ ਸੁਣ ਮੇਰਾ ਮਨ ਦਰਵਿਆ। ਇਹ ਗੁਰਬਾਣੀ ਨੂੰ ਸੁਣਦਿਆਂ ਮਨ ਭਿੱਜਦਾ ਹੈ, ਤੇ ਭਿੱਜਿਆ ਹੋਇਆ ਮਨ ਫਿਰ ਤਾਂਘ ਵੀ ਕਰਦਾ ਹੈ। ਭਿੱਜਿਆ ਹੋਇਆ ਮਨ ਆਪੇ ਨਾਲ ਜੁੜਨ ਦੀ, ਪਹਿਲਾਂ ਤਾਂ ਪਤਾ ਲੱਗੇ ਨਾ ਵੀ ਅਸੀਂ ਉਸ ਵਾਹਿਗੁਰੂ ਨਾਲੋਂ ਟੁੱਟੇ ਹੋਏ ਹਾਂ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਉਸ ਵਾਹਿਗੁਰੂ ਨਾਲੋਂ ਟੁੱਟੇ ਹੋਏ ਹਾਂ। ਇਹ ਵਿਛੋੜਾ, ਇਹ ਦਰਦ ਮਹਿਸੂਸ ਕਰਾਂਗੇ, ਫਿਰ ਮਿਲਣ ਦੀ ਤਾਂਘ ਪੈਦਾ ਹੋਵੇਗੀ ਅੰਦਰ, ਫਿਰ ਤਾਂਘ ਪੈਦਾ ਹੋਵੇਗੀ। ਜਿਵੇਂ ਇਉਂ ਨਾ ਸੋਚ ਲਈਏ, ਰੱਖ ਲਈਏ ਵੀ ਆਪਣਾ ਕੋਈ ਪਿਆਰਾ ਧੀ ਪੁੱਤ ਹੋ ਸਕਦਾ ਹੈ, ਪਤੀ ਪਤਨੀ ਹੋ ਸਕਦੇ ਆ, ਮਾਂ ਬਾਪ ਹੋ ਸਕਦੇ ਆ, ਵੀ ਆਪਣਾ ਪਿਆਰਾ ਕੋਈ ਆਪਣੇ ਤੋਂ ਬਹੁਤ ਦੂਰ ਵਿਦੇਸ਼ ਵਿੱਚ ਕਿਤੇ ਬਹੁਤ ਦੂਰ ਬੈਠਾ ਹੈ। ਆਪਾਂ ਨੂੰ ਪਤਾ ਹੈ ਨਾ ਵੀ ਉਹ ਦੂਰ ਬੈਠਾ ਹੈ ਤੇ ਉਹ ਸਾਡੇ ਤੋਂ ਵਿਛੜਿਆ ਹੋਇਆ ਹੈ, ਤੇ ਫਿਰ ਉਹਦੇ ਵਿਛੋੜੇ ਕਰਕੇ ਅੰਦਰ ਇੱਕ ਤਾਂਘ ਪੈਦਾ ਹੁੰਦੀ ਹੈ। ਕਿਹੜੀ ਤਾਂਘ? ਪਹਿਲਾਂ ਤਾਂ ਵਿਛੋੜਾ ਹੈ ਨਾ, ਬਾਅਦ ਵਿੱਚ ਤਾਂਘ ਪੈਦਾ ਹੋਈ ਕਿਹੜੀ? ਕਿ ਕਿੰਨਾ ਚਿਰ ਹੋ ਗਿਆ ਵਿਛੜਿਆਂ ਨੂੰ, ਹੁਣ ਆਪਾਂ ਮਿਲੀਏ, ਚਾਹੇ ਉਹਨੂੰ ਇੱਧਰ ਬੁਲਾਈਏ, ਚਾਹੇ ਆਪਾਂ ਜਾਈਏ, ਵੀ ਹੁਣ ਮਿਲ ਪਈਏ, ਬਹੁਤ ਚਿਰ ਹੋ ਗਿਆ। ਮਿਲਣ ਦੀ ਤਾਂਘ ਪੈਦਾ ਹੁੰਦੀ ਹੈ, ਫਿਰ ਮਿਲਾਪ ਦਾ ਹੀਲਾ ਬਣਦਾ ਹੈ। ਜਿਵੇਂ ਆਪਾਂ ਕਹੀਏ ਲੋੜ ਕਾਢਦੀ ਮਾਂ, ਵੀ ਫਿਰ ਮਿਲਾਪ ਦਾ ਹੀਲਾ ਅੱਗੇ ਬਣਦਾ, ਅੱਗੇ ਪ੍ਰੋਸੈਸ ਚੱਲਦਾ ਹੈ। ਇਸੇ ਤਰ੍ਹਾਂ ਸਾਡੀ ਆਤਮਾ ਵੀ ਉਸ ਪਰਮਾਤਮਾ ਨਾਲੋਂ ਵਿਛੜੀ ਹੋਈ ਹੈ। ਜਦੋਂ ਇਹ ਪਤਾ ਲੱਗ ਜੇ, ਮਹਿਸੂਸ ਹੋ ਜਾਵੇ, ਹਾਏ ਅਸੀਂ ਵਿਛੜੇ ਹੋਏ ਹਾਂ ਕਿਸੇ ਨਾਲੋਂ, ਹਾਏ ਅਸੀਂ ਵਾਹਿਗੁਰੂ ਨਾਲੋਂ ਵਿਛੜੇ ਹੋਏ ਹਾਂ, ਫਿਰ ਤਾਂਘ ਪੈਦਾ ਹੋਊਗੀ ਅੰਦਰ। ਤਾਂਘ ਪੈਦਾ ਹੋਊਗੀ, ਕਿਵੇਂ ਮਿਲਾਂ, ਕਿਵੇਂ ਮੇਲਾ ਹੋਊਗਾ, ਕੀ ਸਾਧਨ ਕਰਨਾ ਪਊਗਾ, ਕਿਵੇਂ ਹੋ ਸਕਦਾ ਹੈ। ਫਿਰ ਅੱਲਾ ਪੁੱਛਦਾ ਹੈ। ਹੁਣ ਬਾਹਰ ਜਾਣ ਵਾਸਤੇ ਕਿੰਨਾ ਹੀਲਾ ਕਰਦੇ ਲੋਕ, ਪਹਿਲਾਂ ਪੁੱਛਦੇ ਆ ਵੀ ਕਿੱਥੇ ਜਾ ਕੇ ਫਾਈਲ ਲਾਈਏ, ਕੀ ਕੁਝ ਕਰਨਾ ਪਊਗਾ, ਕਿਹੜੇ ਕਾਗਜ਼ ਚਾਹੀਦੇ ਆ, ਕੀ ਕੁਝ ਕਰਨਾ ਪੈਂਦਾ, ਫਿਰ ਉਹ ਕਰਦੇ ਸਾਰਾ ਕੁਛ। ਉਵੇਂ ਹੁਣ ਇੱਥੇ ਹੈ, ਜਦੋਂ ਮਿਲਣ ਦੀ ਤਾਂਘ ਪੈਦਾ ਹੋ ਗਈ, ਫਿਰ ਆਪਾਂ ਕਰਾਂਗੇ ਕੀ ਕਰੀਏ? ਹੁਣ ਸਤਸੰਗ ਕਰਿਆ ਕਰੀਏ ਹਰ ਰੋਜ਼, ਸਤਸੰਗ ਵਿੱਚ ਜਾ ਕੇ ਪਤਾ ਲੱਗੂਗਾ। ਹੁਣ ਇੱਥੇ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ, ਇੱਥੇ ਹਾਜ਼ਰੀ ਭਰਦੇ ਪਤਾ ਲੱਗਿਆ ਵੀ ਗੁਰੂ ਜੀ ਕਹਿੰਦੇ ਆਹ ਚੀਜ਼ਾਂ ਚਾਹੀਦੀਆਂ। ਕਿਹੜੀਆਂ ਚੀਜ਼ਾਂ ਚਾਹੀਦੀਆਂ? ਨਿਤਨੇਮ ਚਾਹੀਦਾ, ਬਾਣੀ ਚਾਹੀਦੀ ਹੈ, ਗੁਰੂ ਨੇ ਬਾਣੀ ਚਾਹੀਦੀ ਹੈ ਨਾ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਗੁਰੂ ਜੀ ਕਹਿੰਦੇ ਆ ਵੀ ਨਾਮ ਜਪਿਆ ਕਰ ਸਵੇਰੋਂ ਉੱਠ ਕੇ। ਗੁਰੂ ਜੀ ਨੂੰ ਚਾਹੀਦਾ ਭਾਵ ਨਾਮ ਜਪਣਾ ਸ਼ੁਰੂ ਕਰ ਦਈਏ। ਗੁਰੂ ਜੀ ਕਹਿੰਦੇ ਵੀ ਆਹ ਨਸ਼ੇ ਵਿਸ਼ੇ ਨਹੀਂ ਕਰਨੇ ਗੇ, ਮਾੜੇ ਹੁੰਦੇ ਆ, ਤਾਂ ਜੇ ਕਰਦੇ ਆ ਤਾਂ ਉਹ ਕਾਟੀ ਮਾਰ ਦਈਏ ਵੀ ਇਹ ਅੱਜ ਤੋਂ ਬਾਅਦ ਨਹੀਂ ਕਰਨੇ, ਗੁਰੂ ਜੀ ਨੂੰ ਨਹੀਂ ਚਾਹੀਦੇ, ਆਹ ਕਾਗਜ਼ ਨਹੀਂ ਚਾਹੀਦਾ, ਇਹ ਨਹੀਂ ਲੈ ਕੇ ਜਾਣਾ, ਬਸ ਸੱਟ ਦੇ ਉੱਪਰ, ਇਹ ਤਾਂ ਬੇਕਾਰ ਹੈ। ਕਿਹੜਾ ਚਾਹੀਦਾ? ਸੋਹਣਾ ਜਿਹਾ ਜੀਵਨ ਚਾਹੀਦਾ, ਵਾਹਿਗੁਰੂ ਗੁਰੂ ਗੁਰੂ ਕਰਨ ਵਾਲਾ ਹੀ ਚਾਹੀਦਾ, ਗਾਲਾਂ ਕੱਢਣ ਵਾਲਾ, ਗਾਣੇ ਸੁਣਨ ਵਾਲਾ ਉਹ ਨਹੀਂ ਚਾਹੀਦਾ। ਗੁਰੂ ਜੀ ਕਹਿੰਦੇ ਆਹ ਗੰਦਾ ਪਿੱਲਾ ਨਹੀਂ ਸੁਣਨਾ, ਕੁਝ ਇਹ ਨਹੀਂ ਸੁਣਨਾ। ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਤੁਨ ਗਾਵਤ, ਬੋਲਤ ਬੋਲ ਅਜਾਈ। ਗੁਰੂ ਜੀ ਕਹਿੰਦੇ ਇਹ ਨਹੀਂ ਸੁਣਨਾ। ਤਾਂ ਹੁਣ ਇਹ 'ਤੇ ਵੀ ਕਾਟੀ ਮਾਰ ਦਿੱਤੀ, ਨਹੀਂ ਕੀ ਸੁਣਨਾ ਹੈ? ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਗੁਰੂ ਜੀ ਕਹਿੰਦੇ ਬਾਣੀ ਸੁਣਨੀ ਹੈ, ਸੱਚ ਸੁਣਨਾ ਹੈ, ਤੇ ਬਾਣੀ ਸੁਣਨ ਦੇ ਨਾਲ ਤੇਰਾ ਤਨ ਤੇਰਾ ਮਨ ਹਰਾ ਹੋ ਜਾਊਗਾ। ਹਰਾ ਹੋਣ ਦਾ ਭਾਵ ਤੇਰੇ ਅੰਦਰ ਉਹ ਖੇੜਾ ਆ ਜਾਊਗਾ, ਉਹ ਖੁਸ਼ੀ ਆ ਜਾਊਗੀ, ਖੇੜਾ ਆ ਜਾਵੇਗਾ। ਤੇ ਫਿਰ ਐਸਾ ਚਾਹੀਦਾ ਹੈ, ਇਹ ਚਾਹੀਦਾ ਗੁਰੂ ਜੀ ਨੂੰ। ਜਦੋਂ ਫਿਰ ਇਹ ਲੋਚ ਲੱਗ ਗਈ, ਫਿਰ ਹਰ ਨੈਣੋ ਹਰ ਪ੍ਰਭ ਕੇਰਾ, ਦਰਸ਼ਨਾਂ ਦੀ ਤਾਂਘ ਲੱਗੀ, ਤੇ ਮੇਰਾ ਜੀ ਕਰਦਾ ਸੀ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਉਸ ਵਾਹਿਗੁਰੂ ਪਰਮਾਤਮਾ ਨੂੰ ਵੇਖ ਲਵਾਂ। ਕੌਣ ਕਹਿ ਰਹੇ ਆ? ਉਹ ਕਹਿ ਰਹੇ ਨੇ ਜਿਨ੍ਹਾਂ ਦੇ ਮਾਂ-ਬਾਪ ਸਿਰ ਤੋਂ ਮਾਂ-ਬਾਪ ਦਾ ਸਾਇਆ ਚਲਿਆ ਗਿਆ, ਤੇ ਗਲੀਆਂ ਦੇ ਵਿੱਚ ਰੁਲਦੇ, ਛੋਟੀ ਜਿਹੀ ਉਮਰੇ ਕਿਰਤ ਕਰਦੇ, ਤੇ ਉਹਨਾਂ ਦੀ ਬਾਣੀ ਦੇਖੋ ਕਿੱਥੇ ਪਹੁੰਚੇ
कि ਅੱਖਾਂ ਦੇ ਨਾਲ ਉਸ ਵਾਹਿਗੁਰੂ ਪਰਮਾਤਮਾ ਨੂੰ ਵੇਖ ਲਿਆ। ਚੌਥੇ ਪਾਤਸ਼ਾਹ ਜੀ ਦੀਆਂ ਇਹ ਲਾਵਾਂ ਨੇ ਨਾ, ਲਾਵਾਂ 4 ਲਾਵਾਂ, ਉਹਨਾਂ ਦੇ ਵਿੱਚ ਹੀ ਹੈ ਪਹਿਲੀ ਲਾਮ ਹੈ ਜਿਹੜੀ ਪ੍ਰਵਿਰਤੀ ਕਰਮ ਦ੍ਰਿੜਾਇਆ ਗੁਰੂ ਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਪਹਿਲਾਂ ਧਰਮ ਨੂੰ ਦ੍ਰਿੜ ਕਰਨਾ ਵੀ ਸਾਡੇ ਇਹ ਗੁਰੂ ਦਾ ਗਿਆਨ ਪੱਕ ਜਾਵੇ, ਗੁਰੂ ਦਾ ਉਪਦੇਸ਼ ਪੱਕਾ ਹੋ ਜਾਵੇ, ਦ੍ਰਿੜ ਹੋ ਜਾਵੇ ਇਰਾਦਾ ਵੀ ਡੋਲਦਾ ਨਹੀਂ, ਬਸ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ, ਦੁਨੀਆ ਜੋ ਮਰਜ਼ੀ ਕਰੇ ਪਰ ਮੇਰਾ ਇਰਾਦਾ ਗੁਰੂ ਦੇ ਸਿਧਾਂਤਾਂ 'ਤੇ ਪੱਕਾ ਹੈ, ਮੈਂ ਨਹੀਂ ਡੋਲਦਾ, ਪੱਕ ਜਾਵੇ। ਅਤੇ ਦੂਸਰਾ ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਦੂਜੀ ਲਾਮ ਦੇ ਵਿੱਚ ਨਿਰਭਉ ਭੈ, ਉਹ ਨਿਰਭਉ ਦਾ ਭੈ ਮਨ 'ਚ ਆ ਜਾਵੇ ਅਤੇ ਹਉਮੈ ਦੀ ਮੈਲ ਖਤਮ ਹੋ ਜਾਵੇ। ਫਿਰ ਤੀਜੜੀ ਲਾਮ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀਓ। ਫਿਰ ਮਨ ਦੇ ਵਿੱਚ ਚਾਅ ਵੈਰਾਗ ਅਤੇ ਚਾਅ ਪੈਦਾ ਹੋ ਜਾਵੇ ਉਸ ਵਾਹਿਗੁਰੂ ਨੂੰ ਮਿਲਣ ਦਾ। ਅਤੇ ਚੌਥੀ ਲਾਮ ਦੇ ਵਿੱਚ ਹਰ ਮਨ ਤਨ ਮੀਠਾ ਲਾਗਾ, ਉਹ ਮਨ ਕਰਕੇ ਤਨ ਕਰਕੇ ਉਸ ਦੇ ਹਰ ਕੰਮ ਹਰ ਰਜਾ ਮਿੱਠੀ ਲੱਗਣੀ, ਪਿਆਰੀ ਲੱਗਣੀ, ਉਸ ਪਰਮਾਤਮਾ ਦੀ ਰਜਾ ਵਿੱਚ ਆਉਣਾ, ਉਹ ਪਰਮਾਤਮਾ ਚੰਗਾ ਲੱਗਣਾ, ਚੰਗਾ ਲੱਗਣਾ। ਲੋਭ ਵਿਕਾਰ ਜਿਨਾ ਮਨ ਲਾਗਾ, ਹਰ ਬਿਸਰਿਆ ਪੁਰਖ ਚੰਗੇਰਾ। ਪਰ ਸਤਿਗੁਰੂ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਕਈ ਮਨੁੱਖ ਹੈ ਜਿਹੜੇ ਉਹ ਲੋਭ ਵਿਕਾਰ ਦੇ ਵਿੱਚ ਆ ਜਾਂਦੇ ਹੈ, ਜਿਨ੍ਹਾਂ ਦਾ ਮਨ ਲੋਭ ਵਿਕਾਰਾਂ ਦੇ ਵਿੱਚ ਮਸਤ ਹੋ ਜਾਂਦਾ ਹੈ। ਫਿਰ ਉਹਨਾਂ ਨੂੰ ਇਹ ਚੰਗਾ ਪਰਮਾਤਮਾ, ਚੰਗਾ ਅਕਾਲ ਪੁਰਖ ਭੁੱਲ ਜਾਂਦਾ ਹੈ, ਭੁੱਲ ਜਾਂਦਾ ਹੈ, ਉਹਨਾਂ ਨੂੰ ਨਹੀਂ ਯਾਦ ਰਹਿੰਦਾ। ਫਿਰ ਉਹਨਾਂ ਦੀ ਇਹ ਹਾਲਤ ਹੋ ਜਾਂਦੀ ਹੈ, ਪਾਪ ਬੁਰਾ ਪਾਪੀ ਕੋ ਪਿਆਰਾ। ਬਸ ਉਹਨਾਂ ਨੂੰ ਉਹ ਪਿਆਰਾ ਲੱਗਦਾ ਹੈ ਅਤੇ ਜਿਹੜਾ ਸੰਗਤ ਵੱਲ ਆ ਗਿਆ ਉਸ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ, ਜਿਹੜਾ ਪਾਪਾਂ ਵੱਲ ਚੱਲ ਗਿਆ ਉਸ ਨੂੰ ਪਾਪ ਪਿਆਰਾ ਲੱਗਦਾ ਹੈ। ਪਾਪ ਬੁਰਾ ਪਾਪੀ ਕੋ ਪਿਆਰਾ। ਓਏ ਮਨ ਮੁਖ ਮੂੜ ਅਗਿਆਨੀ ਕਹੀਐ, ਤੈਨ ਮਸਤਕ ਭਾਗ ਮੰਦਿਰਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਆ। ਓਏ ਮਨ ਮੁਖ ਮੂੜ ਅਗਿਆਨੀ, ਮਨ ਦੇ ਪਿੱਛੇ, ਮਨ 'ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਭਾਵ ਇਸ ਦੀ ਮਨ ਦੀ ਤੁਲਨਾ ਹੈ ਨਾ ਗੁਰਬਾਣੀ ਦੇ ਵਿੱਚ ਬਹੁਤ ਤਰੀਕਿਆਂ ਦੇ ਨਾਲ ਆਈ ਹੈ। ਮਨ ਨੂੰ ਪੰਛੀ ਵੀ ਕਿਹਾ, ਮਨ ਪੱਖੀ ਭਇਆ ਉੱਡ ਉੱਡਦਾ ਦਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਅਤੇ ਮਨ ਨੂੰ ਹਾਥੀ ਵੀ ਕਿਹਾ, ਇਹਦੇ 'ਤੇ ਕੁੰਡਾ ਹੋਣਾ ਚਾਹੀਦਾ ਹੈ, ਮਨ ਹਾਥੀ ਬਸ ਵਿੱਚ ਨਹੀਂ ਆਉਂਦਾ। ਭਾਵ ਮਨ ਦੀ ਬਹੁਤ ਤਰੀਕਿਆਂ ਦੇ ਨਾਲ, ਮਨ ਚੰਚਲ ਵੀ ਕਿਹਾ, ਮਨ ਬਾਲਕ ਵੀ ਕਿਹਾ, ਮਨ ਨੂੰ ਬਹੁਤ ਤਰੀਕਿਆਂ ਦੇ ਨਾਲ ਤੁਲਨਾ ਕੀਤੀ ਗਈ ਹੈ। ਪਰ ਇਹ ਮੂਰਖ ਅਗਿਆਨੀ ਉਹ ਮਨ ਜਿਹੜਾ ਮਨਮੁਖ ਹੈ, ਮਨ ਦੇ ਪਿੱਛੇ ਲੱਗਦਾ ਹੈ। ਮਨਮੁਖ ਮੂੜ ਅਗਿਆਨੀ ਕਹੀਏ, ਉਹ ਮੂਰਖ ਅਗਿਆਨੀ ਹੈ। ਤਿੰਨ ਮਸਤਕ ਭਾਗ ਮੰਦੇਰਾ, ਫਿਰ ਉਹਦੇ ਮੱਥੇ ਦੇ ਭਾਗ ਮੰਦੇ ਹੀ ਹੁੰਦੇ ਆ। ਮੰਦੀ ਕਿਸਮਤ ਹੀ ਆ ਸਮਝੋ, ਮੰਦੀ ਕਿਸਮਤ। ਪਰ ਇਹ ਨਾ ਕਹਿ ਦਈਏ ਵੀ ਉਹ ਕਿਸਮਤ ਵਾਹਿਗੁਰੂ ਨੇ ਮੰਦੀ ਲਿਖ ਦਿੱਤੀ, ਵਾਹਿਗੁਰੂ ਨੇ ਨਹੀਂ ਲਿਖੀ। ਤੂੰ ਆਪਣੇ ਆਪ ਹੀ ਪਾਪਾਂ ਨਾਲ ਪਿਆਰ ਕੀਤਾ, ਮੰਦੇ ਕਰਮ ਬਣ ਗਏ। ਸਤਿਗੁਰ ਨਾਲ ਪਿਆਰ ਕੀਤਾ, ਚੰਗੇ ਬਣ ਗਏ। ਸੰਗਤ ਵਿੱਚ ਆ ਗਿਆ, ਸੋਝੀ ਦਿੱਤੀ ਹੈ ਨਾ ਗੁਰੂ ਸਾਹਿਬ ਨੇ। ਪਸ਼ੂਆਂ ਨੂੰ ਥੋੜ੍ਹਾ ਕਿਹਾ ਵੀ ਤੁਸੀਂ ਸੰਗਤ ਵਿੱਚ ਜਾਓ, ਮਨੁੱਖ ਨੂੰ ਕਿਹਾ, ਮਨੁੱਖ ਨੂੰ ਹੀ ਆਵਾਜ਼ ਮਾਰੀ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਤਾਂ ਜਿਹੜੇ ਸੁਣ ਲਿਆ, ਸੁਣਨ ਦਾ ਭਾਵ ਸਮਝ ਲਿਆ, ਜਿਹਨੇ ਸਮਝ ਲਿਆ ਵੀ ਬਾਣੀ ਗਾਉਣੀ ਹੈ ਤੇ ਬਾਣੀ ਵਾਲੇ ਪਾਸੇ ਆ ਗਿਆ। ਜਿਹਨੇ ਸਮਝ ਨਹੀਂ ਆਈ ਉਹ ਪਾਪਾਂ ਦੇ ਵਾਲੇ ਪਾਸੇ ਚੱਲ ਗਿਆ। ਤਾਂ ਫਿਰ ਪਾਪਾਂ ਵਾਲੇ ਪਾਸੇ ਭਾਗ ਉਸਨੇ ਆਪਦੇ ਮੰਦੇ ਬਣਾ ਲਏ ਤੇ ਜਾਂ ਸੰਗਤ ਵੱਲ ਆ ਕੇ ਚੰਗੇ ਬਣਾ ਲਏ। ਬਾਬਾ ਫਰੀਦ ਜੀ ਵੀ ਕਹਿੰਦੇ ਆ ਨਾ, ਫਰੀਦਾ ਜੇ ਤੂੰ ਅਕਲ ਲਤੀਫ,
काले लिख ना लेख, आपनड़े गिरीवान में सिर नीवा कर देख। की कहते, जे तू अकल लतीफ है, बरीक अकल वाला है, सोहनी अकल वाला है, तू बाड़ी अकल वाला है, तो काले लिख ना लेख, अपने लेख काले ना बना, काले ना लिख, सोहने लेख लिख। भाव सोहने कर्म कर, सोहने कर्म कर। कर्मा छेती खेत है ना, कर्मा संदड़ा खेत है ना, एक सोहने कर्म कर, तेरे सोहने लेख बन जाएंगे। अपनड़ा गिरीवान में सिर नीवा कर देख, भाव किसी दे औगणा नूं ना देखी, अपने गिरीवान दे विच अपनी पीढ़ी थले सोटा मार के देखी कि आप किन्ने औगणा दे नाल भरिया होया। इस करके अपने लेख सोहने बनाने ते अपने आपे भी खोज कर। फिर सतगुरु जी कहते, मत्थे दे भाग चंगे मंदे तेरे कर्मां करके बनते हैं, दिन रात कमाइड़ियो सो आयो मत है। भाई जिहड़े दिन रात काम करते हैं वही मत्थे दे भाग बनते हैं। बवेक बुद्ध सतगुर ते पाई, गुर ज्ञान गुरु प्रभ केरा। जिहड़े गुरु दे ज्ञान नाल जुड़ गए, सतगुर दे नाल जुड़ गए, उन्हां नूं फिर बवेक बुद्धि मिल गई। बवेक बुद्धि केड़ी, उन्होंने भी परख करने वाली अकल मिल गई कि केड़ा रास्ता चंगा है। ये बवेक बुद्धि हासिल हो गई किन्ना नूं, जिन्ना मनुखा ने गुरु पासों चंगे मंदे करन दी अकल संगत विच आके हासिल कर लई। उन्होंने परमात्मा दे मिलाप वास्ते गुरु पासों आत्मिक जीवन की सोच प्राप्त कर ली। आत्मिक जीवन का पता लग गया, आखां जीवा विसरै मर जाऊं। भाव नूं पता लग गया भी जे उस वाहिगुरु दे ना, जिवें आपां कहने चौगिरदा मारे रामकार दुख लगे ना भाई, भी एक लाइन कत्ती हुई है, जिवें कानून है, एक कानून बनाया, जिवें अपना कानून हुंदा है उवें वाहिगुरु दा भी कानून है भी आ कानून दे दायरे तो बाहर ना जाई। जे कानून के दायरे तो बाहर गया तो बाहर फिर इत्थे भी देख लो, कानून के दायरे तो बाहर गया एक्सीडेंट है, सजा है, उवें कानून है वाहिगुरु का, तो वाहिगुरु के कानून के दायरे विच रहण दी सोझी बवेक बुद्धि गुरु पासों सोझी आ जाती है भी इत्थे इत्थे रहना, बस इत्थे इत्थे रहना है। गुरु जी मना नहीं करते भी तू हसना खेडना नहीं, मना नहीं करते, बस सोची देंदे, जुगत देंदे है, जुगत देंदे है जीवन जिउण दी, जीवन जिउण दा ढंग दसदे है। ये मना नहीं कासे नूं करदे हैगे। जिवें सतगुरु जी कहते ना, नानक सतगुर भेटिया पूरी होवे जुगत, हसंदियां खैलंदियां पहनंदियां खावंदियां विचे होवे मुक्त। कहते हसना माड़ा थोड़ा है, हस पर हस गुरमुख वाला हासा केड़ा, तेरे अंदरों हैप्पीनैस होवे, तू अंदरों तेरे खेड़ा होवे, तेरे अंदर वो खुशी होवे, ते वो हैवानियत वाला हासा रोकदे है। हैवानियत वाला हासा किवें भी किसी गरीब ते नहीं हसना, किसी दी धी भैन वेख के नहीं हसना, माड़े कम्मां ते नहीं हसना, तू हसना है ना ते इउं हस किवें सतगुरु जी कहते गुरमुख बाणी जदों पढ़दा है उदों भी खेड़ा आउंदा है। गुरमुख पंगती मैनूं विसर गई कि गुरमुख बाणी पढ़ते खुशी आती है, जी वह खेड़ा है, वह असली हस है। हसना मना नहीं, वो हस, पर किसी गरीब वाल वेख के हसे तो माड़ा है। तेरा की पता हजे तेनू केड़ी लहर ने चक के थले मारना है। भाव कबीर गर्ग न कीजिए रंग न हसीए कोई, अजो सुनाओ समुंदर में क्या जानो क्या होए। की पता तेरे केड़ी लहर ने तेनों केड़े पासे लै जाना है। गरीब पल वेख के हसना ते नाल दी नाल ये सोझी वाहिगुरु पासों मिलती है। जन नानक नाम गुरु ते पाया, तुर मस्तक भाग लखेरा। हे दास नानक
ਜਿਨ੍ਹਾਂ ਦੇ ਮੱਥੇ ਉੱਤੇ ਧੂੰਤ ਲਿਖਿਆ ਚੰਗਾ ਭਾਗ ਉਗੜ ਜਾਂਦਾ ਹੈ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ। ਪਰ ਇੰਨਾ ਸੁਣਦੇ ਅਸੀਂ ਬਸ ਇੱਥੇ ਖੜ ਜਾਂਦੇ ਆ ਵੀ ਜੇ ਸਾਡੇ ਮੱਥੇ 'ਤੇ ਭਾਗ ਲਿਖਿਆ ਹੋਣਗੇ, ਸਾਡੇ ਭਾਗ ਚੰਗੇ ਹੋਣਗੇ ਤੇ ਅਸੀਂ ਵੀ ਅੰਮ੍ਰਿਤ ਛਕ ਲਵਾਂਗੇ, ਅਸੀਂ ਵੀ ਕੇਸ ਰੱਖ ਲਵਾਂਗੇ, ਅਸੀਂ ਵੀ ਬਾਣੀ ਪੜ੍ਹ ਲਵਾਂਗੇ, ਅਸੀਂ ਵੀ ਸਹਿਜ ਪਾਠ ਕਰਿਆ ਕਰਾਂਗੇ। ਨਹੀਂ ਭਾਈ, ਇਹ ਤੈਨੂੰ ਸਤਿਗੁਰਾਂ ਨੇ, ਤੈਨੂੰ ਪਰਮਾਤਮਾ ਨੇ ਗਿਆਨ ਇੰਦਰੀਆਂ ਦੇ ਕੇ ਤੋਰਿਆ ਹੈ, ਤੈਨੂੰ ਸੋਝੀ ਹੈ, ਤੈਨੂੰ ਗਿਆਨ ਹੈ। ਜਿਵੇਂ ਕੱਲ੍ਹ ਗੱਲ ਚੱਲੀ ਸੀ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਐ ਪਰੈ। ਤੈਨੂੰ ਸੋਝੀ ਦਿੱਤੀ ਹੈ, ਸੋਝੀ ਸੰਗਤ ਵਿੱਚ ਬੈਠਿਆਂ ਆਉਂਦੀ ਹੈ, ਸੰਗਤ ਵਿੱਚ ਜੁੜਿਆਂ ਇਹ ਸੋਝੀ ਮਿਲਦੀ ਹੈ ਵੀ ਕੀ ਕਰਨਾ ਹੈ, ਕੀ ਨਹੀਂ ਕਰਨਾ, ਤੇ ਗੁਰੂ ਜੀ ਪਾਸੋਂ ਇਹ ਸਿੱਖ ਕੇ ਆਪਣੇ ਜੀਵਨ ਵਿੱਚ ਲਾਉਣਾ ਹੈ। ਜੋ ਗੁਰੂ ਜੀ ਕਹਿੰਦੇ ਆ ਛੱਡਣਾ ਹੈ ਉਹ ਛੱਡ ਦਈਏ, ਜੋ ਗੁਰੂ ਜੀ ਕਹਿੰਦੇ ਆ ਕਰਨਾ ਹੈ ਕਰਮ ਉਹ ਕਰ ਲਈਏ, ਅਪਣਾ ਲਈਏ। ਭਾਵ ਅਸੀਂ ਆਪਣੇ ਆਪੇ ਦੀ ਪੜਚੋਲ ਕਰਕੇ ਆਪਣੇ ਅੰਦਰੋਂ ਔਗਣ ਕੱਢ ਕੇ ਗੁਣਾਂ ਦਾ ਪ੍ਰਕਾਸ਼ ਕਰ ਲਈਏ। ਇਹ ਗੁਰੂ ਨਾਲ ਮਿਲਾਪ, ਗੁਰੂ ਦੀ ਖੁਸ਼ੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਸਤਿਗੁਰਾਂ ਦਾ, ਸੰਗਤ ਦਾ। ਸਤਿਗੁਰ ਤੇ ਸਤਿਗੁਰ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਸਿਮਰਨ ਕਰਕੇ ਸਮਾਪਤੀਆਂ ਕਰੀਏ। ਵਾਹਿਗੁਰੂ।